ਵਾਹਿਗੁਰੂ जी का खालसा वाहिगुरू जी की फतेह। स्वागत ਤੁਸੀਂ देख रहे हो PBC। मैं मनदीप सिंह अज का बुलेटिन लैके ਤੁਹਾਡੇ ਨਾਲ रूबरू होया। अज की पहली खबर के संगरूर SDM दफ्तर के बाहर पिछले कई दिनों तो किसानों का धरना लग्या होया है। गन्ने की काश्त करने वाले किसानों ने संगरूर SDM दफ्तर के बाहर धरना लगाया होया है। उन्होंने किसानों की मंग है कि पिछले साल के बकाए ਜਿਹੜੇ सरकार के वल ਰਹਿੰਦੇ ਨੇ ਉਹਨਾਂ ਨੂੰ ਕਿਸਾਨਾਂ ਨੂੰ ਦਿੱਤਾ ਜਾਵੇ, ਉਹ ਬਕਾਏ ਕਿਸਾਨਾਂ ਨੂੰ ਦਿੱਤੇ ਜਾਣ, ਕਿਸਾਨਾਂ ਦੇ ਖਾਤਿਆਂ ਦੇ ਵਿੱਚ ਰਹਿੰਦੇ ਪੈਸੇ ਪਾਏ ਜਾਣ। ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਦਾ ਜੋ ਗੰਨਾ ਕਿਸਾਨਾਂ ਨੇ ਬੀਜਿਆ ਸੀ ਉਸ ਗੰਨੇ ਦੀ ਕੀਮਤ ਹਲੇ ਤੱਕ ਪੂਰੀ ਚੰਗੀ ਤਰ੍ਹਾਂ ਕਿਸਾਨਾਂ ਨੂੰ ਅਦਾ ਨਹੀਂ ਕੀਤੀ ਗਈ ਹੈ। 26 ਕਰੋੜ ਰੁਪਏ ਦਾ ਬਕਾਇਆ ਸਰਕਾਰ ਦੇ ਖਿਲਾਫ, ਸਰਕਾਰ ਦੇ ਵੱਲ ਕਿਸਾਨਾਂ ਦਾ ਖੜਾ ਹੈ ਤਾਂ ਸਰਕਾਰ ਦੇ ਵੱਲ ਖੜੇ 26 ਕਰੋੜ ਰੁਪਏ ਦੇ ਬਕਾਏ ਨੂੰ ਲੈਣ ਦੇ ਲਈ ਕਿਸਾਨਾਂ ਦੇ ਵੱਲੋਂ ਸੰਗਰੂਰ SDM ਦਫ਼ਤਰ ਦੇ ਬਾਹਰ ਧਰਨਾ ਲਗਾਇਆ ਹੋਇਆ। ਇੱਕ ਪਾਸੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਉਹਨਾਂ ਨੇ ਗੰਨੇ ਦਾ ਰੁਪਈਆ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾ ਦਿੱਤਾ ਹੈ ਅਤੇ ਫਸਲ ਵਿਕਦੀ ਸਾਰ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਆ ਜਾਂਦੇ ਨੇ, ਪਰ ਦੂਸਰੇ ਪਾਸੇ ਸਰਕਾਰ ਦੇ ਇਹਨਾਂ ਦਾਅਵਿਆਂ ਦੀ ਪੋਲ ਖੋਲਦਾ ਹੋਇਆ ਸੰਗਰੂਰ SDM ਦਫ਼ਤਰ ਦੇ ਬਾਹਰ ਲੱਗਿਆ ਹੋਇਆ ਇਹ ਧਰਨਾ, ਜਿਸ ਧਰਨੇ ਦੇ ਵਿੱਚ ਗੰਨੇ ਦੀ ਕਾਸ਼ਤ ਕਰਨ ਵਾਲੇ ਕਿਸਾਨ ਮੌਜੂਦ ਨੇ ਅਤੇ ਉਹਨਾਂ ਕਿਸਾਨਾਂ ਦੀ ਮੰਗ ਹੈ ਕਿ ਸਾਡੇ ਰਹਿੰਦੇ ਬਕਾਏ, ਸਾਡੀਆਂ ਰਹਿੰਦੀਆਂ ਫਸਲਾਂ ਦੇ ਮੁੱਲ ਸਾਨੂੰ ਦਿੱਤੇ ਜਾਣ। 26 ਕਰੋੜ ਰੁਪਇਆ ਜਿਹੜਾ ਕਿਸਾਨਾਂ ਦਾ ਬਕਾਇਆ ਖੜਾ ਹੈ ਉਹ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਇਆ ਜਾਵੇ। ਤਾਂ ਇਸ ਮੰਗ ਨੂੰ ਲੈ ਕੇ ਸੰਗਰੂਰ SDM ਦਫ਼ਤਰ ਦੇ ਬਾਹਰ ਦਿਨ ਰਾਤ ਦਾ ਧਰਨਾ ਚੱਲ ਰਿਹਾ ਹੈ। ਰਾਤਾਂ ਵੀ ਕਿਸਾਨ ਸੰਗਰੂਰ SDM ਦਫ਼ਤਰ ਦੇ ਬਾਹਰ ਕੱਟ ਰਹੇ ਨੇ। ਹਾਲਾਂਕਿ ਕਿਸਾਨਾਂ ਨੇ ਫਸਲਾਂ ਉੱਤੇ ਵੱਡਾ ਖਰਚਾ ਕੀਤਾ, ਫਸਲ ਵੇਚ ਵੀ ਦਿੱਤੀ, ਪਰ ਉਸ ਵਿਕੀ ਹੋਈ ਫਸਲ ਦਾ ਪੂਰਾ ਮੁੱਲ ਹਾਲੇ ਤੱਕ ਕਿਸਾਨਾਂ ਦੇ 1 ਸਾਲ ਬੀਤ ਜਾਣ ਤੋਂ ਬਾਅਦ ਵੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਪਿਆ ਹੈ। ਤਾਂ ਦਿਨ ਰਾਤ ਸੰਗਰੂਰ SDM ਦਫ਼ਤਰ ਦੇ ਬਾਹਰ ਕੱਟਣ ਲਈ ਮਜਬੂਰ ਨੇ ਕਿਸਾਨ। ਸੜਕਾਂ ਉੱਤੇ ਸੌਣ ਨੂੰ ਫਿਰ ਇੱਕ ਵਾਰ ਮਜਬੂਰ ਨੇ ਕਿਸਾਨ ਅਤੇ ਸੜਕਾਂ ਉੱਤੇ ਰਾਤਾਂ ਕੱਟ ਰਹੇ ਕਿਸਾਨਾਂ ਦੀ ਮੰਗ ਹੈ ਕਿ ਸਾਡਾ ਖੜਾ ਬਕਾਇਆ 26 ਕਰੋੜ ਰੁਪਇਆ ਸਾਡੇ ਖਾਤਿਆਂ ਦੇ ਵਿੱਚ ਪਾਇਆ ਜਾਵੇ। ਪੰਜਾਬ ਦੇ ਬਾਰਡਰਾਂ ਦੇ ਉੱਤੇ ਆਏ ਦਿਨ ਪਾਕਿਸਤਾਨ ਵਾਲੇ ਪਾਸਿਓਂ ਕਿਸੇ ਨਾ ਕਿਸੇ ਤਰ੍ਹਾਂ ਦੀ ਘੁਸਪੈਠ ਦੀਆਂ ਜਿਹੜੀਆਂ ਖਬਰਾਂ ਨੇ ਉਹ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਤਾਂ ਹੁਣ ਫਿਰ ਪਾਕਿਸਤਾਨ ਵਾਲੇ ਪਾਸਿਓਂ BSF ਨੇ ਪਾਕਿਸਤਾਨ ਵਾਲੇ ਪਾਸਿਓਂ ਆਈ ਹੈਰੋਇਨ ਨੂੰ ਬਰਾਮਦ ਕੀਤਾ ਹੈ। ਪੁਲਿਸ ਮਾਫ ਕਰਿਓ BSF ਦੇ ਜਵਾਨਾਂ ਦੇ ਨਾਲ ਘੁਸਪੈਠੀਆਂ ਦੀ ਜਿਹੜੀ ਝੜਪ ਆ ਉਹ ਵੀ ਹੋਈ ਆ। ਗੋਲੀਆਂ ਚੱਲੀਆਂ ਨੇ, ਦੋਨੇ ਪਾਸਿਓਂ ਗੋਲੀਆਂ ਚੱਲੀਆਂ ਨੇ। ਪਾਕਿਸਤਾਨ ਵਾਲੇ ਪਾਸਿਓਂ ਘੁਸਪੈਠੀਏ ਸਮਗਲਰ ਸੀ ਅਤੇ ਇਸ ਪਾਸੇ BSF ਦੇ ਜਵਾਨ ਜਿਨ੍ਹਾਂ ਨੇ ਪਾਕਿਸਤਾਨ ਵਾਲੇ ਪਾਸਿਓਂ ਆ ਰਹੀ ਹੈਰੋਇਨ ਨੂੰ ਰੋਕਿਆ ਤੇ ਹੈਰੋਇਨ ਨੂੰ ਜ਼ਬਤ ਕੀਤਾ। ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਵਾਲੇ ਪਾਸਿਓਂ 20 ਪੈਕੇਟ ਹੈਰੋਇਨ ਦੇ ਬਰਾਮਦ ਹੋਏ ਨੇ। ਜਿਹੜੇ ਤਸਕਰ ਨੇ ਉਹ ਧੁੰਦ ਦੇ ਵਿੱਚ ਪਾਕਿਸਤਾਨ ਵਾਲੇ ਪਾਸੇ ਤੋਂ ਪੰਜਾਬ ਵਾਲੇ ਪਾਸੇ ਦਾਖਲ ਹੋ ਰਹੇ ਸਨ, ਪਰ ਉਹਨਾਂ ਨੇ ਡਰੋਨ ਦੀ ਮਦਦ ਦੇ ਨਾਲ ਜਿਹੜੇ ਪੈਕੇਟ ਨੇ ਉਹ ਪਾਕਿਸਤਾਨ ਵਾਲੇ ਪਾਸਿਓਂ ਪੰਜਾਬ ਵਾਲੇ ਪਾਸੇ ਪਹੁੰਚਾਏ, ਪਰ ਉਹਨਾਂ ਦੇ ਉੱਤੇ BSF ਦੇ ਜਵਾਨਾਂ ਦੀ ਨਜ਼ਰ ਪੈ ਗਈ। BSF ਦੀ 113 ਬਟਾਲੀਅਨ ਦੇ ਜਵਾਨ ਉੱਥੇ ਪਹੁੰਚੇ ਅਤੇ ਉਹਨਾਂ ਨੇ ਡਰੋਨ ਦੇ ਉੱਤੇ ਫਾਇਰਿੰਗ ਕਰਕੇ ਡਰੋਨ ਨੂੰ ਥੱਲੇ ਸੁੱਟ ਲਿਆ। ਪਰ ਧੁੰਦ ਜ਼ਿਆਦਾ ਹੋਣ ਕਰਕੇ BSF ਦਾ ਇਹ ਕਹਿਣਾ ਹੈ ਕਿ ਧੁੰਦ ਜ਼ਿਆਦਾ ਹੋਣ ਕਰਕੇ ਤਸਕਰਾਂ ਨੂੰ ਫੜਨ ਦੇ ਵਿੱਚ BSF ਨਾਕਾਮ ਰਹੀ ਹੈ ਅਤੇ ਤਸਕਰ ਧੁੰਦ ਦਾ ਫਾਇਦਾ ਚੱਕ ਕੇ ਪਿੱਛੇ ਮੁੜ ਗਏ ਨੇ, ਭੱਜ ਗਏ ਨੇ। ਤਾਂ ਜਿਹੜੇ BSF ਦੇ DIG ਪ੍ਰਭਾਕਰ ਜੋਸ਼ੀ ਨੇ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਧੁੰਦ ਦਾ ਫਾਇਦਾ ਚੁੱਕ ਕੇ ਜਿਹੜੇ ਤਸਕਰ ਜਾਂ ਜਿਹੜੇ ਸਮਗਲਰ ਪਾਕਿਸਤਾਨ ਵਾਲੇ ਬੰਨਿਓ ਭਾਰਤ ਵਾਲੇ ਪਾਸੇ ਦਾਖਲ ਹੋ ਰਹੇ ਸਨ, ਉਹਨਾਂ ਨੇ ਉਧਰੋਂ ਫਾਇਰਿੰਗ ਵੀ ਕੀਤੀ ਹੈ। ਇਸ ਪਾਸਿਓਂ BSF ਦੇ ਜਵਾਨਾਂ ਨੇ ਵੀ ਫਾਇਰਿੰਗ ਕੀਤੀ ਹੈ, ਪਰ ਧੁੰਦ ਦੇ ਵਿੱਚ ਅਤੇ ਫਾਇਰਿੰਗ ਕਰਕੇ ਉਹ ਜਵਾਨ ਨੇ ਜਿਹੜੇ ਜਵਾਨਾਂ ਦੇ ਹੱਥੋਂ ਬਚ ਕੇ ਤਸਕਰ ਨਿਕਲ ਗਏ ਨੇ ਅਤੇ ਉਹ ਪਿੱਛੇ ਮੁੜ ਗਏ ਨੇ। ਤਾਂ ਇਸ ਪੂਰੇ ਘਟਨਾਕ੍ਰਮ ਦੇ ਵਿੱਚ BSF ਦੇ ਹੱਥ 20 ਪੈਕੇਟ ਨੇ ਜਿਹੜੇ ਉਹ ਹੈਰੋਇਨ ਦੇ ਲੱਗੇ ਨੇ। ਉਹਨਾਂ ਦੇ ਨਾਲ 2 ਪਿਸਟਲ ਹੱਥ ਲੱਗੇ ਨੇ, 2 ਪਿਸਟਲ, ਇੱਕ ਚਾਈਨਾ ਮੇਡ ਪਿਸਟਲ ਹੈ, ਇੱਕ ਟਰਕਿਸ਼ ਜਿਹੜਾ ਤੁਰਕੀ ਦਾ ਬਣਿਆ ਹੋਇਆ ਪਿਸਤੌਲ ਉਹ BSF ਦੇ ਹੱਥ ਲੱਗੇ। ਇਸ ਦੇ ਨਾਲ 242 ਜਿੰਦਾ ਕਾਰਤੂਸ ਵੀ ਹੱਥ ਲੱਗੇ ਨੇ। 2 ਪਿਸਤੌਲਾਂ ਦੇ ਨਾਲ 242 ਜਿੰਦਾ ਕਾਰਤੂਸ ਵੀ BSF ਦੇ ਜਵਾਨਾਂ ਦੇ ਹੱਥ ਲੱਗੇ ਨੇ। ਫਿਲਹਾਲ ਇਸ ਮਾਮਲੇ ਜਿਹੜੀ ਅਗਲੇਰੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ। आज सुबह 5:30 बजे 113 बटालियन की डेरा बाबा नानक रोड BOP के इलाके में बॉर्डर पिलर 42 के नज़दीक सीमा सुरक्षा बल का बहादुर जवान कांस्टेबल हेमराम जब भयंकर धुंध में पेट्रोलिंग कर रहा था तो उसने पाकिस्तान की तरफ से संदेहास्पद आवाज सुनी। उसे लगा कोई पाकिस्तान की तरफ चल रहा है। उसने तुरंत चैलेंज करा और जो ही उसने चुनौती दी, पाकिस्तान की तरफ से भारी तादाद में
हमारे बहादुर जवान की तरफ फायर करा। हमारे जवान ने बिना धैर्य खोए उस फायर का जवाब, दुस्साहस का जवाब दुगनी गति से दिया और बहुत मजबूती से उसने 25 राउंड तुरंत फायर करे। इसी बीच में जो हमारी टीम रहती है और जो पेट्रोल कमांडर थे सब इंस्पेक्टर अमरपाल, वो भी तुरंत आ गए और उन्होंने सबने मिलकर के जो पाकिस्तान की तरफ से फायरिंग आ रही थी उसका कठोरता से जवाब दिया। फायरिंग काफी देर तक चलती रही और हमारे जवान भी पूरे साहस के साथ उसको, जो पाकिस्तान की तरफ से स्मगलर का नापाक कोशिश थी, उसका जवाब देते रहे। इसी बीच में हमें भी खबर लग गई कि इस तरह का अटेम्प्ट हुआ है और कमांडेंट साहब जो नजदीक की पोस्ट पे घनिये के पे तैनात थे, पेट्रोलिंग कर रहे थे, और मैं खुद गुरदासपुर से तुरंत यहाँ के लिए पोस्ट के लिए रश करा क्योंकि धुंध बहुत थी और हम भी यहाँ पहुँच गए। हमारे पहुँचने के बाद हमने फेंसिंग का गेट खुलवाया और पूरी पार्टी के साथ इलाके की सर्च करी। सर्च अभी भी जारी है और धुंध काफ़ी है तो थोड़ा टाइम लगेगा, पर जब हम वहाँ पर गए जिस एरिए पे हमारे जवान और पाकिस्तानी स्मगलर्स के साथ फायर हुआ था, तो वहाँ पर फेंसिंग से कोई 30 मीटर दूर एक 15 फीट लंबा पाइप पड़ा हुआ था जिसके अंदर एक कपड़े के अंदर स्मगलिंग ये हेरोइन के पैकेट पड़े हुए थे। तो जब हमने उस पूरे उनको बाहर निकाला कपड़े के उसको, तो उसमें 20 जो आपके सामने ये रखे हुए हैं, 20 पैकेट ये हेरोइन प्रतीत होती है। और इसके अंदर किसी में 1 किलो, किसी में 1.25 किलो या किसी में 900 ग्राम, इस तरह से ये लगता है इसके अंदर भरी हुई है। इसके अलावा जब हमने फिर इलाके की सर्च करी तो वहां पर पेड़, 2-3 पेड़ थे जहां पर ऐसा लगता था कि 2-3 स्मगलर और जो उनके स्मगलरों के साथ एस्कॉर्ट करते हैं वो हथियार लेके बैठे थे। वहां पर 2 पिस्टल, जिसमें से एक चाइना मेड, एक तुर्की मेड है, 6 मैगजीन और 242 दोनों पिस्टल के लाइव राउंड मिले। इलाके की लगातार सर्च जारी है और 1-2 घंटे में जब ये धुंध हट जाएगी उसके बाद ही पूरा पता लग पाएगा कि कोई पाकिस्तानी इसमें मारा भी गया या कुछ और भी सामान वहां पर पड़ा हुआ है। पर सीमा सुरक्षा बल की तरफ से ये बहुत बड़ी एक सीजर करा गया है और लगातार पाकिस्तान की तरफ से जो चुनौती पेश की जा रही है, सीमा सुरक्षा बल के कार्मिक बहादुर जवान अपनी सजगता के कारण, अपनी चौकसी के कारण, अपने कर्तव्य परायणता के कारण और पूरी जान की बाजी लगा करके इस बात के लिए समर्पित हैं कि चाहे कुछ भी हो जाए, किसी भी हालत में पाकिस्तान की तरफ से होने वाली किसी भी साजिश को कामयाब नहीं होने देंगे। कल रात को ही धर्म प्रकाश हमारी एक बीओपी है, वहां भी एक ड्रोन के द्वारा अटेम्प्ट करा गया। हमारे बहादुर जवानों ने उस पर भी काफी फायर करा है। पुलिस स्टेशन रामदास का एरिया है, उस इलाके में भी अभी सर्च चल रही है। और परसों भी हमारे सजग जवानों ने शाहपुर, एक एरिया है पुलिस स्टेशन रामदास, उसमें इलाके की जब वो सर्च कर रहे थे, ऐसे ही पेट्रोलिंग कर रहे थे, तो 2.3 केजी हेरोइन वहां भी बरामद करी है। तो हम देख सकते हैं कि किस तरह से पाकिस्तान के द्वारा कितनी दुस्साहस के साथ यहाँ पर ड्रग्स और हथियारों को भेजा जा रहा है। और सीमा सुरक्षा बल हमेशा की तरह प्रतिबद्ध है कि हम इनकी हर चाल को नाकामयाब करेंगे, इनके दुस्साहस का मुंह तोड़ जवाब देंगे और जो गलत नजर हमारे ऊपर डालेगा उसको हम बहुत उस भारी कीमत चुकानी पड़ेगी। हाँ, उनकी जानकारी हम लगातार हासिल कर रहे हैं और हम पुलिस को भी शेयर कर रहे हैं। पंजाब पुलिस के साथ हमारा बहुत अच्छा कोऑर्डिनेशन है, कोऑपरेशन है। एसएसपी ने अभी कल ही ज्वाइन करा है, मिस अश्वनी है, अभी वो भी आए थे और दोनों मिलकर के हम पूरी ताकत से काम कर रहे हैं कि जो ये नेक्सस है और जो इंडिया के रिसीवर्स हैं ये किसी भी तरह पकड़े जाए।
क्योंकि इनका पकड़ा जाना बहुत ज्यादा जरूरी है। पाकिस्तान तभी दुस्साहस कर रहा है जब जयचंद हमारे इलाके के उससे मिले हुए हैं, और इस इलाके में ये तीसरी बार इन्होंने पिछले 1.5 महीने में ये दुस्साहस करा है। और इससे पता पड़ता है कि मामले की ग्रेविटी कितनी है, कितनी संजीदगी यहाँ पर मतलब इस इलाके को पुलिस और बीएसएफ को करनी पड़ेगी। पाकिस्तानी तस्कर अभी इलाके की सर्च करेंगे तो जख्मी वहाँ जो हम इमीडिएट जाके देखे तो अभी भी धुंध है जैसा आप देख रहे हैं, तो फिर बाद में ही पता पड़ेगा। खून वहां पे तो नहीं पड़ा एक्चुअली, पेड़ों के पीछे वहां पे वो छुपे हुए थे, आड़ लेकर के रहते हैं, और अकस्मात होता है तो मतलब चांस की बात है, पर भविष्य में निश्चित हम उनको मार गिराएंगे। पाकिस्तान की खोकर 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 बंद पोस्ट है, और ये लगातार ये लोगों का कहीं ना कहीं इनमें सहयोग रहता है, तभी इतने नजदीक आकर के और लगातार प्रयास कर रहे हैं। हम लगातार प्रोटेस्ट नोट देते हैं, फ्लैग मीटिंग करते हैं, बताते हैं। पिछले साल इनके खुद के सेक्टर कमांडर के साथ भी हमने कहा था कि आप लोग कठोर कदम उठाइए, ताकि ये, क्योंकि उनके लिए भी ये बहुत बड़ी प्रॉब्लम है। ਪੰਜਾਬ ਦੇ ਵਿੱਚ ਅਪਰਾਧਿਕ ਗਤੀਵਿਧੀਆਂ ਦਿਨ ਪ੍ਰਤੀ ਦਿਨ ਵਧੀਆਂ ਜਾ ਰਹੀਆਂ ਨੇ। ਅੰਮ੍ਰਿਤਸਰ ਦੇ ਵਿੱਚ ਪੰਜਾਬ ਪੁਲਿਸ ਦੀ 2 ਨੌਜਵਾਨਾਂ ਦੇ ਨਾਲ ਝੜਪ ਹੋਈ ਹੈ ਤੇ ਇਸ ਝੜਪ ਦੇ ਵਿੱਚ ਪੰਜਾਬ ਪੁਲਿਸ ਨੇ, ਅੰਮ੍ਰਿਤਸਰ ਪੁਲਿਸ ਨੇ ਇਹਨਾਂ ਦੋਨੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ। ਦਰਅਸਲ ਇੱਕ ਨਾਕੇ ਦੇ ਉੱਤੇ ਪੁਲਿਸ ਨੂੰ ਇਹਨਾਂ 2 ਨੌਜਵਾਨਾਂ ਦੇ ਉੱਤੇ ਸ਼ੱਕ ਹੁੰਦਾ, ਜਿਸ ਤੋਂ ਬਾਅਦ ਇਹ ਨੌਜਵਾਨ ਜਿਹੜੇ ਕਾਫੀ ਰਫ ਡਰਾਈਵਿੰਗ ਵੀ ਕਰ ਰਹੇ ਸਨ, ਉਹਨਾਂ ਦਾ ਪਿੱਛਾ ਜਿਹੜਾ ਉਹ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਕੀਤਾ ਜਾਂਦਾ ਤੇ ਉਹਨਾਂ ਦਾ ਪਿੱਛਾ ਕਰਕੇ ਅੰਮ੍ਰਿਤਸਰ ਪੁਲਿਸ ਵੱਲੋਂ ਇਹਨਾਂ ਨੂੰ ਫੜ ਲਿਆ ਜਾਂਦਾ। ਅੰਮ੍ਰਿਤਸਰ ਪੁਲਿਸ ਦਾ ਕਹਿਣਾ ਹੈ ਕਿ ਇਹ ਦੋਵੇਂ ਨੌਜਵਾਨਾਂ ਦੇ ਉੱਤੇ ਕਈ ਅਪਰਾਧਿਕ ਮਾਮਲੇ ਦਰਜ ਨੇ ਅਤੇ ਨਸ਼ਾ ਤਸਕਰੀ ਦੇ ਸ਼ੱਕ ਹੋਣ ਕਰਕੇ ਇਹਨਾਂ ਦਾ ਪਿੱਛਾ ਕੀਤਾ ਗਿਆ ਅਤੇ ਇਹਨਾਂ ਨੂੰ ਫੜਿਆ ਗਿਆ। ਫਿਲਹਾਲ ਇਹਨਾਂ ਦੀ ਮਾਮਲਿਆਂ ਦੀ ਜਿਹੜੀ ਅਗਲੀ ਜਾਂਚ ਹੈ, ਇਹਨਾਂ ਦੇ ਕੇਸਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਹਨਾਂ ਦੀ ਤਲਾਸ਼ੀ ਵੀ ਲਈ ਗਈ। ਫਿਲਹਾਲ ਪੁਲਿਸ ਨੂੰ ਸ਼ੱਕ ਹੈ ਕਿ ਨੌਜਵਾਨ ਤਸਕਰੀ ਦੇ ਮਾਮਲਿਆਂ ਦੇ ਵਿੱਚ ਸ਼ਾਮਲ ਹੋ ਸਕਦੇ ਨੇ, ਪਰ ਇਹਨਾਂ ਨੌਜਵਾਨਾਂ ਦੇ ਉੱਤੇ ਪਹਿਲਾਂ ਤੋਂ ਹੀ ਕਈ ਅਪਰਾਧਿਕ ਮਾਮਲੇ ਦਰਜ ਨੇ। ਤਾਂ ਇਸ ਮੌਕੇ ਅੰਮ੍ਰਿਤਸਰ ਪੁਲਿਸ ਨੇ ਹੋਰ ਕੀ ਕਹਿਣਾ ਇਸ ਮਾਮਲੇ ਦਾ, ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਦੇਖੋ, ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਅੰਮ੍ਰਿਤਸਰ ਪੁਲਿਸ ਨੇ ਪਿਛਲੇ ਸਮੇਂ ਤੋਂ ਜਿਹੜੇ ਗੈਂਗਸਟਰਸ ਤੇ ਕ੍ਰਿਮੀਨਲ ਟਾਈਪ ਬੰਦੇ ਨੇ, ਇਹਨਾਂ ਦਾ ਪੂਰਾ ਜਿਹੜਾ ਲੇਖਾ ਜੋਖਾ ਹੈ ਇਹਨਾਂ ਦਾ ਪਿਛਲੇ ਸਮੇਂ 'ਤੇ ਜਿਹੜੇ ਸਾਡੇ 10 ਸਾਲਾਂ ਦੇ ਵਿੱਚ ਇਹੋ ਜਿਹਾ ਰਿਕਾਰਡ ਸੀਗਾ, ਅਸੀਂ ਉਹਨੂੰ ਇੱਕ ਸਾਰਾ ਦੇਖਿਆ ਔਰ ਉਹਨੂੰ ਵੈਰੀਫਾਈ ਕਰ ਰਹੇ ਹਾਂ। ਇਹਨਾਂ ਦੀਆਂ ਐਕਟੀਵਿਟੀਜ਼ 'ਤੇ ਨਜ਼ਰ ਰੱਖ ਰਹੇ ਹਾਂ ਕਿ ਇਹ ਅੰਦਰ ਨੇ ਜਾਂ ਬਾਹਰ ਨੇ ਔਰ ਕੀ ਕੰਮਕਾਰ ਕਰ ਰਹੇ ਹਾਂ। ਔਰ ਇਹੋ ਜਿਹੇ ਜਿਹੜੇ ਕ੍ਰਿਮੀਨਲਸ ਨੂੰ ਸ਼ੈਡੋਇੰਗ ਕਰਦਿਆਂ ਹੋਇਆਂ ਉਹਨਾਂ ਦੇ ਅੱਜ ਇੱਕ ਇਨਫੋਰਮੇਸ਼ਨ ਮਿਲੀ ਕਿ 88 ਫੁੱਟ ਸੜਕ ਦੇ ਉੱਤੇ ਕੁਝ ਸ਼ੱਕੀ ਕ੍ਰਿਮੀਨਲ ਟਾਈਪ ਵਿਅਕਤੀ ਜਿਹੜੇ ਉਹ ਉੱਥੇ ਜਾ ਰਹੇ ਨੇ। ਉਹਦੇ ਵਿੱਚ ਸਾਡੇ ਜਿਹੜੇ ਮੁਲਾਜ਼ਮ ਸੀਗੇ ਉਹ CIA ਦੇ, ਉਹਨਾਂ ਨੇ ਉੱਥੇ ਪਹੁੰਚੇ, ਉਹਨਾਂ ਨੂੰ ਦੇਖ ਕੇ ਇਹਨਾਂ ਨੇ ਆਪਦੀ ਗੱਡੀਆਂ ਭਜਾ ਲਈਆਂ ਔਰ ਸਾਡੇ ਮੁਲਾਜ਼ਮਾਂ ਨੇ ਉਹਦਾ ਪਿੱਛਾ ਕੀਤਾ ਔਰ ਅਲਟੀਮੇਟਲੀ ਉਹ ਪਿੱਛਾ ਕਰਦਿਆਂ ਹੋਇਆਂ ਕਾਫੀ ਦੂਰ ਜਾ ਕੇ ਇਹਨਾਂ ਨੂੰ ਭੱਜਦੇ ਭਜਾਉਂਦਿਆਂ ਰਹੇ ਨੇ ਆਪਣੀ ਗੱਡੀ ਛੱਡ ਦਿੱਤੀ, ਉਹਦੇ ਵਿੱਚ ਵੀ ਭੱਜੀ ਇਹਨਾਂ ਦੀ, ਅਤੇ ਫਿਰ ਜਾ ਕੇ ਇਹਨਾਂ ਨੂੰ ਅੱਗੇ ਜਾ ਕੇ 2 ਜਿਹੜੇ ਕ੍ਰਿਮੀਨਲ ਸੀਗੇ ਉਹਨਾਂ ਨੂੰ ਦਬੋਚ ਲਿਆ। ਇੱਕ ਦਾ ਨਾਂ ਅਰਸ਼ਜੋਤ ਹੈ ਔਰ ਦੂਸਰੇ ਦਾ ਨਾਂ ਹੈਗਾ ਉਹ ਅਵਿਨਾਸ਼ ਕਰਕੇ ਹੈ। ਇਹ ਪੁਰਾਣੇ ਵੀ ਰਿਕਾਰਡ ਦੇ ਮੁਤਾਬਕ ਇਹ ਕ੍ਰਿਮੀਨਲ ਰਹੇ ਨੇ। ਇਹਨਾਂ ਦੇ ਖਿਲਾਫ 307 ਦੇ ਆਰਮਜ਼ ਐਕਟ ਦੇ ਔਰ ਨਰਕੋਟਿਕ ਦੇ ਪਰਚੇ ਦਰਜ ਨੇ ਔਰ ਇਹ ਸਾਡੇ ਰਿਕਾਰਡ ਦੇ ਵਿੱਚ ਵਾਂਟਡ ਸੀਗੇ। ਇਹਨਾਂ ਤੋਂ ਇੱਕ ਵਾਹੀਕਲ ਅਤੇ ਵੈਪਨ ਜਿਹੜਾ ਹੈਗਾ ਪਲੱਸ ਜ਼ਿੰਦਾ ਕਾਰਤੂਸ ਜਿਹੜੇ ਉਹ ਰਿਕਵਰ ਹੋਏ ਨੇ ਔਰ ਹੁਣ ਇਹਨਾਂ ਦੀ ਪੁੱਛਗਿੱਛ ਤੋਂ ਇਹ ਦੇਖਿਆ ਜਾਵੇਗਾ ਕਿ ਇਹ ਕਿਸ ਮਨਸ਼ੇ ਲਈ ਆਏ ਸੀ, ਕੀ ਇਹਨਾਂ ਨੇ ਕਾਰਵਾਈ ਕੀਤੀ ਜਾਂ ਇਹਨਾਂ ਦਾ ਕੀ ਇਰਾਦਾ ਸੀਗਾ ਔਰ ਹੋਰ ਇਹਨਾਂ ਦੇ ਨਾਲ ਕਿਹੜੇ ਵਿਅਕਤੀ ਜਿਹੜੇ ਉਹ ਐਸੋਸੀਏਟਿਡ ਹੈ, ਉਹ ਸਾਰੀ ਹੀ ਪੁੱਛਗਿੱਛ ਤੋਂ ਬਾਅਦ ਫਿਰ ਅਸੀਂ ਹੋਰ ਖੁਲਾਸੇ ਕਰਾਂਗੇ। ਉਹ ਸਾਰੇ ਹੀ ਜਿਹੜੇ ਹੈ ਉਹ ਅਸੀਂ ਖੁਲਾਸੇ ਕਰਾਂਗੇ। ਜਿਹੜਾ ਮਾਮਲਾ ਸਾਹਮਣੇ ਆ ਰਿਹਾ ਫਰੋਤੀ ਦਾ 10 ਲੱਖ ਰੁਪਏ ਦੀ ਕਿਸੇ ਕੋਲ ਕਦੇ ਫਰੋਤੀ ਮੰਗੀ ਸੀ, ਉਹ ਕੀ ਹੈਗਾ ਜਾਂ? ਦੇਖੋ, ਇੱਦਾਂ ਹੈ ਕਿ ਇਹ ਚੀਜ਼ਾਂ ਸਾਰੀਆਂ ਸਾਡੇ ਇਨਵੈਸਟੀਗੇਸ਼ਨ 'ਚ ਨੇ। ਇੱਦਾਂ ਦੇ ਜਿਹੜੇ ਸਾਡੇ ਮਸਲੇ ਨੇ ਉਹ ਅਸੀਂ ਇਹਨਾਂ ਤੋਂ ਪੁੱਛਗਿੱਛ ਦੇ ਵਿੱਚ ਲੈ ਕੇ ਆਵਾਂਗੇ ਕਿ ਕੋਈ ਇਹੋ ਜਿਹੀ ਜਿਹੜੀ ਫਰੋਤੀ ਦੀ ਗੱਲ ਹੈ ਔਰ ਜਿੰਨੇ ਵੀ ਜਿਹੜੇ ਪੁਰਾਣੇ ਜਿਹੜੇ ਕੇਸਿਸ ਨੇ ਉਹ ਹੈ, ਕਿਉਂਕਿ ਆਫਟਰ ਆਲ ਜੇ ਇਸ ਤਰੀਕੇ ਦੇ ਨਾਲ ਸ਼ੱਕੀ ਤੌਰ 'ਤੇ ਜਾ ਰਹੇ ਸੀ ਔਰ ਉਸ ਤੋਂ ਬਾਅਦ ਆਪਣੀ ਗੱਡੀ ਇਹਨਾਂ ਨੇ ਭਜਾ ਲਈ ਔਰ ਉਸ ਤੋਂ ਬਾਅਦ ਇਹਨਾਂ ਨੂੰ ਪਿੱਛਾ ਕਰਕੇ ਫੜਿਆ, ਸੋ ਇਹਨਾਂ ਦੀ ਜਿਹੜੀ ਹੈ ਉਹ ਕੋਈ ਜਿਹੜੀ ਨੀਅਤ ਸੀਗੀ ਜਾਂ ਉਹ ਸੀਗਾ ਉਹ ਇੱਕ ਸ਼ੱਕੀ ਤੌਰ 'ਤੇ ਸੀਗਾ। ਸੋ ਅਸੀਂ ਸਾਰੀ ਜਿਹੜੀ ਉਹਦੀ ਇਨਵੈਸਟੀਗੇਸ਼ਨ ਲਿਆ ਕੇ ਔਰ ਉਹਨੂੰ ਫਿਰ ਫਰਦਰ ਜਿਹੜੀ ਪਰਚਾ ਦਰਜ ਕੀਤਾ 2 ਤਰੀਕ ਨੂੰ ਇਹੀ ਮੁਕੱਦਮੇ 'ਚ ਫਰੋਤੀ ਦਾ ਜਿਹੜਾ ਮਾਮਲਾ ਹੈ 10 ਲੱਖ ਦਾ।
देखो जी फरोती वाला है वो साढ़े इन्वेस्टिगेशन च है वो कुछ ਜਿਹੜੇ ਲੀਡਿੰਗ ਪੁਆਇੰਟਸ ਨਿਕਲ ਰਹੇ ਮੈਂ ਇਸ ਪੁਆਇੰਟ ਤੇ ਤੁਹਾਨੂੰ ਹਾਲੇ ਨਹੀਂ ਦੱਸਣਾ ਕਿਉਂਕਿ ਅੰਡਰ ਇਨਵੈਸਟੀਗੇਸ਼ਨ ਮੈਂ ਤੁਹਾਨੂੰ ਹੁਣੇ ਦੱਸਿਆ ਨਾ ਜੀ ਕਿ ਇਹ ਇਨਫੋਰਮੇਸ਼ਨ ਸੀ ਕਿ ਇਹ ਸ਼ੱਕੀ ਬੰਦੇ ਇੱਧਰ ਜਾ ਰਹੇ ਨੇ ਹੁਣ ਉਹਨਾਂ ਦੀ ਪੁੱਛਗਿੱਛ ਤੋਂ ਬਾਅਦ ਇੱਕ ਕੰਪਲੀਟ ਆਏਗਾ ਕਿ ਇਹ ਕਿੱਥੋਂ ਆਏ ਸੀ ਕੀ ਕਰਨ ਆਏ ਸੀ ਉਹ ਕਿੱਧਰ ਜਾ ਰਹੇ ਸੀਗੇ ਕਿਉਂਕਿ ਸਾਡੀ ਇਨਵੈਸਟੀਗੇਸ਼ਨ ਹੈ ਕਿਉਂਕਿ ਇਸ ਇੱਕ ਪਿਸਟਲ ਤੇ 7 ਜਿਹੜੇ ਜ਼ਿੰਦਾ ਕਾਰਤੂਸ ਇਹਨਾਂ ਤੋਂ ਬਰਾਮਦ ਹੋਇਆ ਗੱਡੀ ਵੀ ਬਰਾਮਦ ਕਰ ਲਈ ਹੈ ਬਾਕੀ ਹੁਣ ਪੁੱਛਗਿੱਛ ਕਰ ਰਹੇ ਆ ਇਹਨਾਂ ਦੇ ਨਾਲ ਐਸੋਸੀਏਟ ਸੀਗੇ ਉਹ ਕਿੱਥੇ ਨੇ ਔਰ ਕਿਵੇਂ ਕਿਵੇਂ ਉਹਨਾਂ ਦੇ ਉਹ ਹੈਗੇ ਆ ਔਰ ਪੁਰਾਣੇ ਵੀ ਇਹਨਾਂ ਦੇ ਖਿਲਾਫ ਜਿਹੜੇ ਉਹ 307 ਦੇ 2554 59 ਦੇ ਔਰ ਜਿਹੜੇ ਮੁਕੱਦਮੇ ਤਕਰੀਬਨ 5 ਮੁਕੱਦਮੇ ਜਿਹੜੇ ਸਾਡੇ ਨੋਟਿਸ ਦੇ ਵਿੱਚ ਹੈਗੇ ਹੀ ਨੇ ਔਰ ਇਸ ਤੋਂ ਇਲਾਵਾ ਹੋਰ ਬਾਕੀ ਜਿਹੜੇ ਆ ਉਹ ਪੁੱਛਗਿੱਛ ਸਰ ਇੱਕ ਸੀਸੀਟੀਵੀ ਵੀ ਆ ਰਹੀ ਹੈ ਕਿ ਜਿਹਦੇ ਵਿੱਚ ਗੱਡੀ ਵੱਜਦੀ ਤੇ ਉਸ ਤੋਂ ਬਾਅਦ ਭੱਜ ਰਹੀ ਹੋਇਆ ਫਾਇਰਿੰਗ ਕੀਤੀ ਗਈ ਕਹਿੰਦੇ ਵੀ ਨਹੀਂ ਫਾਇਰਿੰਗ ਵਗੈਰਾ ਨਹੀਂ ਹੋਈ ਲੇਕਿਨ ਇਹਨਾਂ ਦੇ ਜਿਹੜਾ ਭੱਜੇ ਨੇ ਔਰ ਸਾਡੇ ਮੁਲਾਜ਼ਮਾਂ ਨੇ ਬੜੇ ਹੌਸਲੇ ਦੇ ਨਾਲ ਔਰ ਦਲੇਰੀ ਦੇ ਨਾਲ ਉਹ ਇਹਨਾਂ ਦਾ ਪਿੱਛਾ ਕੀਤਾ ਸੋ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਅਲਟੀਮੇਟਲੀ ਜਿਹੜੇ ਹੈ ਜਿੰਨੇ ਵੀ ਇਹ ਕ੍ਰਿਮੀਨਲ ਨੇ ਪੁਰਾਣੇ ਰਿਕਾਰਡ ਦੇ ਮੁਤਾਬਕ ਅਸੀਂ ਇਹਦਾ ਪੂਰਾ ਸ਼ੈਡੋਇੰਗ ਕਰਦੇ ਹਾਂ ਤਾਂ ਕਿ ਇਹਨਾਂ ਨੂੰ ਇਹਨਾਂ ਦੇ ਜਿਹੜੀਆਂ ਐਕਟੀਵਿਟੀਜ਼ 'ਤੇ ਵਾਚ ਰੱਖਦੇ ਹਾਂ ਔਰ ਪਬਲਿਕ ਵੀ ਸਾਡਾ ਬਹੁਤ ਸਪੋਰਟ ਕਰਦੀ ਪਈ ਹੈ ਕਿ ਉਹ ਉਹਨਾਂ ਨੂੰ ਵੀ ਜਦੋਂ ਕੋਈ ਇਨਫੋਰਮੇਸ਼ਨ ਮਿਲਦੀ ਹੈ ਜਾਂ ਕੋਈ ਸ਼ੱਕ ਪੈਂਦਾ ਉਹ ਸਾਡੇ ਤੱਕ ਪਹੁੰਚਦੇ ਆ ਔਰ ਅਸੀਂ ਉਹਦਾ ਫੌਰੀ ਤੌਰ ਦੇ ਉੱਤੇ ਉਹਨਾਂ ਦੀ ਕਾਰਵਾਈ ਕਰਦੇ ਹਾਂ ਔਰ ਇਹ ਜਿਹੜੇ ਵਿਅਕਤੀ ਨੇ ਔਰ ਉਹਨਾਂ ਕ੍ਰਿਮੀਨਲਸ ਦੇ ਨਾਲੋਂ ਜਿਹੜੇ ਸਾਡੇ ਮੁਲਾਜ਼ਮ ਨੇ ਉਹ ਮੈਂਟਲੀ ਵੀ ਪ੍ਰੀਪੇਅਰਡ ਨੇ ਤੇ ਫਿਜ਼ੀਕਲੀ ਫਿੱਟ ਨੇ ਤਾਂ ਹੀ ਇਹਨਾਂ ਨੂੰ ਜਿਹੜਾ ਭੱਜ ਕੇ ਜਿਹੜਾ ਇਹਨੂੰ ਫੜਿਆ ਜਾਂਦਾ ਸਰ ਇਹ ਜਿਹੜੀ ਪਿਸਤੌਲ ਸੀ ਆਪਣੀ ਸੀ ਇਹਨਾਂ ਦੀ ਲਾਇਸੈਂਸ ਸੀ ਜਾਂ ਉਹ ਵੈਰੀਫਾਈ ਕਰ ਰਹੇ ਆ ਸਰ ਜਿਹੜਾ ਕੱਲ ਲੁੱਟ ਹੋਈ ਉਹਦੇ ਨਾਲ ਕੋਈ ਟਾਈ ਅਪ ਹੋ ਸਕਦਾ ਇਹਨਾਂ ਦਾ ਦੇਖੋ ਉਹ ਚੀਜ਼ ਅਸੀਂ ਸਾਰੀਆਂ ਚੀਜ਼ਾਂ ਇਨਵੈਸਟੀਗੇਟ ਕਰਾਂਗੇ ਹੋਰ ਜਿਹੜੇ ਵੀ ਕੇਸਿਸ ਹੁੰਦੇ ਨੇ ਆਲੇ ਦੁਆਲੇ ਉਹ ਸਾਰੀਆਂ ਕੇਂਦਰ ਸਰਕਾਰ ਨੇ ਸਿੱਖਾਂ ਨੂੰ ਖੁਸ਼ ਕਰਨ ਦੇ ਲਈ ਇੱਕ ਵੱਡਾ ਉਪਰਾਲਾ ਕੀਤਾ ਕੇਂਦਰ ਸਰਕਾਰ ਅਤੇ ਰੇਲ ਮੰਤਰਾਲੇ 5 ਅਪ੍ਰੈਲ ਤੋਂ 5 ਤਖਤ ਸਾਹਿਬਾਨਾਂ ਦੀ ਯਾਤਰਾ ਦੇ ਲਈ ਇੱਕ ਸਪੈਸ਼ਲ ਟ੍ਰੇਨ ਸ਼ੁਰੂ ਕਰਨ ਜਾ ਰਹੇ ਨੇ ਸਿੱਖਾਂ ਦੇ 5 ਤਖਤ ਸਾਹਿਬਾਨਾਂ ਦੀ ਯਾਤਰਾ ਕਰਵਾਉਣ ਦੇ ਲਈ ਇੱਕ ਸਪੈਸ਼ਲ ਟ੍ਰੇਨ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਦਾ ਨਾਮ ਰੱਖਿਆ ਗਿਆ ਗੁਰੂ ਕਿਰਪਾ ਟ੍ਰੇਨ ਇਸ ਟ੍ਰੇਨ ਦੇ ਵਿੱਚ ਕਿੰਨਾ ਕਿਰਾਇਆ ਹੋਵੇਗਾ ਕਿੰਨੇ ਲੋਕਾਂ ਦੇ ਬੈਠਣ ਦੀ ਸੁਵਿਧਾ ਹੋਵੇਗੀ ਅਤੇ ਇਹ ਟ੍ਰੇਨ ਕਿੱਥੇ-ਕਿੱਥੇ ਜਾ ਕੇ ਇਸ ਯਾਤਰਾ ਦੇ ਵਿੱਚ ਲੋਕਾਂ ਨੂੰ ਦਰਸ਼ਨ ਦੀਦਾਰੇ ਕਰਵਾਵੇਗੀ ਇਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਰੇਲ ਵਿਭਾਗ ਦੇ ਵੱਲੋਂ ਇਸ ਨਵੀਂ ਜੋ ਟ੍ਰੇਨ ਦੀ ਸ਼ੁਰੂਆਤ ਕੀਤੀ ਜਾਣੀ ਹੈ 5 ਅਪ੍ਰੈਲ ਤੋਂ ਲਖਨਊ ਤੋਂ ਇਸ ਟ੍ਰੇਨ ਦੀ ਸ਼ੁਰੂਆਤ ਕੀਤੀ ਜਾਣੀ ਹੈ ਜਿਸ ਦਾ ਨਾਮ ਹੈ ਗੁਰੂ ਕਿਰਪਾ ਟ੍ਰੇਨ ਜੋ ਟ੍ਰੇਨ ਕੇ ਸਿੱਖਾਂ ਨੂੰ 5 ਤਖਤ ਸਾਹਿਬਾਨਾਂ ਦੇ ਸਿੱਖ ਸ਼ਰਧਾਲੂਆਂ ਨੂੰ 5 ਤਖਤ ਸਾਹਿਬਾਨਾਂ ਦੇ ਦਰਸ਼ਨ ਦੀਦਾਰੇ ਕਰਾਵੇਗੀ ਉਸ ਦੇ ਨਾਲ ਪੰਜਾਬ ਮਹਾਰਾਸ਼ਟਰਾ ਬਿਹਾਰ ਅਤੇ ਕਰਨਾਟਕ ਦੇ ਇਤਿਹਾਸਕ ਗੁਰੂ ਧਾਮਾਂ ਦੇ ਵੀ ਦਰਸ਼ਨ ਦੀਦਾਰੇ ਕਰਵਾਵੇਗੀ ਤਾਂ ਇਸ ਟ੍ਰੇਨ ਦੀ ਸ਼ੁਰੂਆਤ 5 ਅਪ੍ਰੈਲ ਤੋਂ ਲਖਨਊ ਤੋਂ ਹੋਵੇਗੀ ਅਤੇ ਇਸ ਟ੍ਰੇਨ ਦੀਆਂ ਟਿਕਟਾਂ ਵੀ ਨਿਰਧਾਰਿਤ ਕਰ ਦਿੱਤੀਆਂ ਗਈਆਂ ਨੇ ਇਸ ਟ੍ਰੇਨ ਦਾ ਕਿਰਾਇਆ ਵੀ ਨਿਰਧਾਰਿਤ ਕਰ ਦਿੱਤਾ ਗਿਆ ਆ ਇਹ ਪੂਰੀ ਟ੍ਰੇਨ 5 ਤਖਤਾਂ ਦੇ ਦਰਸ਼ਨ ਦੀਦਾਰੇ ਕਰਾਵੇਗੀ ਇਸ ਟ੍ਰੇਨ ਦੇ ਵਿੱਚ ਇੱਕ ਪੂਰੀ ਯਾਤਰਾ ਹੋਇਆ ਕਰੇਗੀ ਜੋ ਯਾਤਰਾ 5 ਤਖਤ ਸਾਹਿਬਾਨਾਂ ਦੇ ਨਾਲ ਪੰਜਾਬ ਦੇ ਮਹਾਰਾਸ਼ਟਰਾ ਦੇ ਕਰਨਾਟਕ ਦੇ ਅਤੇ ਬਿਹਾਰ ਦੇ ਇਤਿਹਾਸਕ ਗੁਰਦੁਆਰਿਆਂ ਦੇ ਵੀ ਦਰਸ਼ਨ ਦੀਦਾਰੇ ਇਸ ਯਾਤਰਾ ਦੇ ਵਿੱਚ ਸੰਗਤ ਨੂੰ ਕਰਵਾਏ ਜਾਣਗੇ ਤਾਂ 678 ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਇਸ ਟ੍ਰੇਨ ਦੇ ਵਿੱਚ ਰੱਖੀ ਗਈ ਹੈ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਧਾਈ ਵੀ ਜਾ ਸਕਦੀ ਹੈ ਪਰ ਇਸ ਟ੍ਰੇਨ ਦਾ ਕਿਰਾਇਆ ਵੀ ਨਿਰਧਾਰਿਤ ਕਰ ਦਿੱਤਾ ਗਿਆ ਆ ਤਾਂ ਸਲੀਪਰ ਬੋਗੀ ਦੇ ਵਿੱਚ ਸਲੀਪਰ ਟਿਕਟ ਦਾ ਜਿਹੜਾ ਕਿਰਾਇਆ ਉਹ ਨਿਰਧਾਰਿਤ ਕੀਤਾ ਗਿਆ ਆ 19,999 ਰੁਪਏ ਇਹ ਕਿਰਾਇਆ ਪੂਰੀ ਯਾਤਰਾ ਦਾ ਹੋਵੇਗਾ ਪੂਰੀ ਯਾਤਰਾ ਦਾ ਜਿਹੜਾ ਕਿਰਾਇਆ 5 ਤਖਤ ਸਾਹਿਬਾਨਾਂ ਦੀ ਯਾਤਰਾ ਅਤੇ ਹੋਰ ਜਿਹੜੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਵਾਏ ਜਾਣੇ ਨੇ ਉਹਨਾਂ ਦੀ ਯਾਤਰਾ ਦਾ ਕੁੱਲ ਕਿਰਾਇਆ ਇੱਕ ਟਿਕਟ ਹੋਵੇਗੀ ਜਿਹੜੀ ਉਹ ਹੋਊਗਾ 19,999 ਰੁਪਏ ਸਲੀਪਰ ਬੋਗੀ ਦੇ ਵਿੱਚ ਬੈਠਣ ਦਾ ਕਿਰਾਇਆ ਹੋਵੇਗਾ 19,999 ਰੁਪਏ ਜਾਣੀ ਕਿ ਲਗਭਗ 20,000 ਰੁਪਏ ਇੱਕ ਟਿਕਟ ਦਾ ਕਿਰਾਇਆ ਹੋਵੇਗਾ ਉਸ ਤੋਂ ਬਾਅਦ ਏਸੀ ਟਾਇਰ 2 ਏਸੀ ਟਾਇਰ 3 ਦੇ ਵਿੱਚ ਬੈਠਣ ਦਾ ਕਿਰਾਇਆ ਹੋਵੇਗਾ 29,999 ਰੁਪਏ ਜਾਣੀ ਕਿ 30,000 ਰੁਪਏ ਅਤੇ ਏਸੀ ਟਾਇਰ 3 ਦੇ ਵਿੱਚ ਬੈਠਣ ਦਾ ਕਿਰਾਇਆ ਹੋਵੇਗਾ 39,999 ਰੁਪਏ ਜਾਣੀ ਕਿ 40,000 ਰੁਪਏ ਤਾਂ ਹੁਣ 20,000 ਤੋਂ ਲੈ ਕੇ 40,000 ਰੁਪਇਆਂ ਦੇ ਵਿੱਚ ਸਿੱਖ ਸ਼ਰਧਾਲੂ 5 ਤਖਤ ਸਾਹਿਬਾਨਾਂ ਦੇ ਅਤੇ ਪੰਜਾਬ ਦੇ ਮਹਾਰਾਸ਼ਟਰਾ ਦੇ ਬਿਹਾਰ ਦੇ ਅਤੇ ਕਰਨਾਟਕ ਦੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਦੀਦਾਰੇ ਕਰ ਸਕਣਗੇ ਕਿਉਂਕਿ ਜਿਹੜੀ ਇਹ ਟ੍ਰੇਨ ਗੁਰੂ ਕਿਰਪਾ ਟ੍ਰੇਨ ਕੇਂਦਰ ਦੇ ਵੱਲੋਂ 5 ਅਪ੍ਰੈਲ ਤੋਂ ਸ਼ੁਰੂ ਕੀਤੀ ਜਾਣੀ ਹੈ ਇਹ ਟ੍ਰੇਨ ਸਪੈਸ਼ਲ ਜਿਹੜੇ ਤਖਤ ਸਾਹਿਬਾਨ ਨੇ ਅਤੇ ਗੁਰੂ ਘਰ ਨੇ ਉਹਨਾਂ ਦੀ ਯਾਤਰਾ ਦੇ ਲਈ ਹੀ ਸ਼ੁਰੂ ਕੀਤੀ ਜਾ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇੱਕ ਦਸਤਖਤ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਮੁਹਿੰਮ ਦਾ ਹਿੱਸਾ ਬਣਨ ਦੇ ਲਈ ਹਰ ਸਿੱਖ ਨੂੰ ਕਿਹਾ ਜਾ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਸਿੱਖਾਂ ਦੇ ਦਸਤਖਤ ਕਰਾ ਕੇ ਕੇਂਦਰ ਸਰਕਾਰ ਨੂੰ ਅਪੀਲ ਕਰੇਗੀ ਕਿ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ ਅਤੇ ਇੰਨੇ ਲੋਕ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦੇ ਨੇ। ਤਾਂ ਇਸ ਮਾਮਲੇ ਦੇ ਵਿੱਚ ਹੁਣ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਦਸਤਖਤ ਕੀਤੇ ਨੇ ਅਤੇ ਨਾਲ ਦੀ ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਦਸਤਖਤ ਕੀਤੇ ਨੇ। ਪ੍ਰਕਾਸ਼ ਸਿੰਘ ਬਾਦਲ ਆਪਣੀ ਰਿਹਾਇਸ਼ ਦੇ ਉੱਤੇ ਇਸ ਪਰਫਾਰਮੇ ਨੂੰ ਭਰ ਕੇ ਉਸ ਦੇ ਉੱਤੇ ਦਸਤਖਤ ਕਰਦੇ ਹੋਏ ਨਜ਼ਰ ਆਏ। ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਪਰਫਾਰਮੇ ਦੇ ਉੱਤੇ ਆਪਣੇ ਸਿਗਨੇਚਰ ਕੀਤੇ ਨੇ। ਬੰਦੀ ਸਿੰਘਾਂ ਦੀ ਰਿਹਾਈ ਦੀ ਮੁਹਿੰਮ ਨੂੰ ਉਹਨਾਂ ਨੇ ਹਾਮੀ ਭਰੀ ਉਸ ਮੁਹਿੰਮ ਦੇ ਵਿੱਚ ਅਤੇ ਆਪਣੇ ਦਸਤਖਤ ਕੀਤੇ ਨੇ, ਜੋ ਮੁਹਿੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਚਲਾਈ ਜਾ ਰਹੀ ਹੈ। ਭੁਲੱਥ ਤੋਂ ਐਮਐਲਏ ਸੁਖਪਾਲ ਸਿੰਘ ਖਹਿਰਾ ਨੂੰ ਐਨਡੀਪੀਐਸ ਐਕਟ ਦੇ ਤਹਿਤ ਪਾਏ ਗਏ ਕੇਸ ਦੇ ਵਿੱਚ ਬਰੀ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਉਹਨਾਂ ਨੂੰ ਬਰੀ ਸੁਪਰੀਮ ਕੋਰਟ ਨੇ ਕੀਤਾ। ਸੁਪਰੀਮ ਕੋਰਟ ਉਹਨਾਂ ਦੇ ਇਸ ਮਾਮਲੇ ਨੂੰ ਦੇਖ ਰਿਹਾ ਸੀ ਤਾਂ ਸੁਪਰੀਮ ਕੋਰਟ ਨੇ ਸੁਖਪਾਲ ਸਿੰਘ ਖਹਿਰਾ ਜੋ ਕਿ ਭੁਲੱਥ ਤੋਂ ਐਮਐਲਏ ਨੇ, ਕਾਂਗਰਸ ਦੇ ਲੀਡਰ ਨੇ, ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਵੀ ਰਹੇ ਨੇ, ਤਾਂ ਉਹਨਾਂ ਨੂੰ ਐਨਡੀਪੀਐਸ ਐਕਟ ਦੇ ਤਹਿਤ ਪਾਏ ਹੋਏ ਪਰਚੇ ਤੋਂ ਬਰੀ ਕਰ ਦਿੱਤਾ। ਨਸ਼ੇ ਦੀ ਤਸਕਰੀ ਦਾ ਇਹ ਮਾਮਲਾ ਸੀ ਤਾਂ ਇਸ ਮਾਮਲੇ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਬਰੀ ਹੋ ਚੁੱਕੇ ਨੇ। ਭਾਰਤ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਨੇ ਉਹਨਾਂ ਨੂੰ ਬਰੀ ਕੀਤਾ। ਤੁਹਾਨੂੰ ਦੱਸ ਦਈਏ ਕਿ ਜੋ ਈਡੀ ਦੇ ਵੱਲੋਂ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਗਈ ਤੇ ਬਾਅਦ ਦੇ ਵਿੱਚ ਜਿਹੜੀ ਗ੍ਰਿਫਤਾਰੀ ਕੀਤੀ ਗਈ ਸੀ ਉਹ ਵੀ ਇਸੇ ਮਾਮਲੇ ਤਹਿਤ ਕੀਤੀ ਗਈ ਸੀ। ਐਨਡੀਪੀਐਸ ਐਕਟ ਤਹਿਤ ਪਾਏ ਪਰਚੇ ਦੇ ਵਿੱਚ ਹੀ ਈਡੀ ਨੇ ਉਹਨਾਂ ਨੂੰ ਜਾਂਚ ਦੇ ਲਈ ਸੱਦਿਆ ਸੀ ਅਤੇ ਇਸੇ ਮਾਮਲੇ ਦੇ ਵਿੱਚ ਈਡੀ ਨੇ ਉਹਨਾਂ ਨੂੰ ਉਸ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ। ਪਰ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਬਾਹਰ ਆਉਂਦੇ ਨੇ ਜ਼ਮਾਨਤ ਦੇ ਉੱਤੇ ਅਤੇ ਭੁਲੱਥ ਤੋਂ ਚੋਣ ਲੜਦੇ ਨੇ। ਕਾਂਗਰਸ ਪਾਰਟੀ ਨੂੰ ਟਿਕਟ ਦਿੰਦੀ ਹੈ ਤੇ ਭੁਲੱਥ ਤੋਂ ਜਿੱਤਦੇ ਨੇ, ਐਮਐਲਏ ਬਣਦੇ ਨੇ। ਤੇ ਹੁਣ ਸੁਖਪਾਲ ਸਿੰਘ ਖਹਿਰਾ ਦੇ ਲਈ ਇੱਕ ਹੋਰ ਵੱਡੀ ਰਾਹਤ ਦੀ ਖਬਰ ਆਈ ਹੈ ਕਿ ਉਹਨਾਂ ਨੂੰ ਐਨਡੀਪੀਐਸ ਐਕਟ ਦੇ ਤਹਿਤ ਪਾਏ ਹੋਏ ਪਰਚੇ ਦੇ ਵਿੱਚ ਸੁਪਰੀਮ ਕੋਰਟ ਨੇ ਬਰੀ ਕਰ ਦਿੱਤਾ ਹੈ। ਪੰਜਾਬ ਦੇ ਵਿੱਚ ਬਾਦਲ ਸਰਕਾਰ ਵੇਲੇ ਉਹਨਾਂ ਦੇ ਉੱਤੇ ਪਰਚਾ ਪਾਇਆ ਗਿਆ ਸੀ ਤਾਂ ਲਗਭਗ ਪਿਛਲੇ ਕਈ ਸਾਲਾਂ ਤੋਂ ਉਹਨਾਂ ਦੇ ਉੱਤੇ ਐਨਡੀਪੀਐਸ ਦਾ ਐਕਟ ਦਾ ਪਰਚਾ ਚੱਲ ਰਿਹਾ ਸੀ। ਤਾਂ ਹੁਣ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਬਰੀ ਕਰ ਦਿੱਤਾ। ਸੁਖਪਾਲ ਸਿੰਘ ਖਹਿਰਾ ਨੇ ਇਸ ਮਾਮਲੇ ਦੇ ਵਿੱਚ ਵਿਰੋਧੀਆਂ ਦੇ ਉੱਤੇ ਕਈ ਨਿਸ਼ਾਨੇ ਲਗਾਏ ਨੇ ਕਿ ਮੈਨੂੰ ਝੂਠੇ ਪਰਚੇ ਦੇ ਵਿੱਚ ਫਸਾਇਆ ਜਾ ਰਿਹਾ ਸੀ ਪਰ ਸੱਚ ਦੀ ਆਖੀਰ ਜਿੱਤ ਹੁੰਦੀ ਹੈ। ਗੁਰਬਾਣੀ ਦੀ ਤੁਕ ਬੋਲਦਿਆਂ ਉਹਨਾਂ ਨੇ ਕਿਹਾ ਹੈ ਕਿ ਕੂਟ ਨੂੰ ਕੁੱਟੇ ਨਾਨਕਾ ਓੜਕ ਸੱਚ ਰਹੀ। ਇਸ ਦੇ ਨਾਲ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਇਸ ਪੂਰੇ ਪਰਚੇ ਦਾ ਵੇਰਵਾ ਵੀ ਦਿੱਤਾ ਹੈ ਅਤੇ ਦੱਸਿਆ ਹੈ ਕਿ ਕਿਹੜੇ ਵਿਰੋਧੀ ਅਤੇ ਕਿਹੜੇ ਆਪਣੇ ਹੀ ਬੰਦੇ ਉਹਨਾਂ ਦੇ ਖਿਲਾਫ ਹੋਏ ਸਨ, ਕਿਹੜੇ ਆਪਣੇ ਲੋਕ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰਵਾਉਣਾ ਚਾਹੁੰਦੇ ਸਨ ਅਤੇ ਉਹਨਾਂ ਦੀ ਸਿਆਸਤ ਨੂੰ ਖਤਮ ਕਰਵਾਉਣਾ ਚਾਹੁੰਦੇ ਸਨ। ਤਾਂ ਅਜਿਹਾ ਕਿਹਾ ਸੁਖਪਾਲ ਸਿੰਘ ਖਹਿਰਾ ਨੇ। ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਅਤੇ ਉਹਨਾਂ ਦੇ ਉੱਤੇ ਐਨਡੀਪੀਐਸ ਐਕਟ ਦੇ ਤਹਿਤ ਪਾਏ ਹੋਏ ਪਰਚੇ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਹੈ। ਦੋਸਤੋ, ਤੁਹਾਡਾ ਸਭ ਦਾ ਅੱਜ ਸਵਾਗਤ ਹੈ। ਇਸ ਤੋਂ ਪਹਿਲਾਂ ਕਿ ਮੈਂ ਬੌਕਰ ਪਾਰਟੀ ਦੇ ਕੋਟ ਫੱਤਾ ਐਮਐਲਏ ਦੇ ਭ੍ਰਿਸ਼ਟਾਚਾਰ ਬਾਰੇ ਗੱਲ ਕਰਾਂ, ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਬਹੁਤ ਰਿਣੀ ਆ ਔਰ ਪੰਜਾਬ ਦੇ ਵਿੱਚ ਪੰਜਾਬੀ ਵਿਸ਼ਵ 'ਚ ਬੈਠੇ ਪੰਜਾਬੀਆਂ ਜਿਨ੍ਹਾਂ ਨੇ ਮੇਰੇ ਵਾਸਤੇ ਅਰਦਾਸਾਂ ਕੀਤੀਆਂ, ਜਿਨ੍ਹਾਂ ਦੀ ਬਦੌਲਤ ਤੁਸੀਂ ਇੱਕ ਦੋ ਦਿਨ ਪਹਿਲਾਂ ਦੇਖਿਆ ਕਿ ਸੁਪਰੀਮ ਕੋਰਟ ਆਫ ਇੰਡੀਆ ਨੇ ਜੋ ਮੇਰੇ ਖਿਲਾਫ ਬਿਲਕੁਲ ਝੂਠਾ, ਬੇਬੁਨਿਆਦ, ਮਨ ਘੜਤ, ਬਦਲਾਖੋਰੀ ਵਾਲਾ ਇੱਕ ਡਰੱਗਸ ਦਾ ਮਾਮਲਾ ਘੜਿਆ ਸੀਗਾ, ਉਸ ਨੂੰ ਮੁੱਢੋਂ ਰੱਦ ਕਰ ਦਿੱਤਾ ਵਾ। ਗੁਰਬਾਣੀ ਦੀ ਕਹਾਵਤ ਤੁਕ ਹੈ ਕਿ ਕੂੜ ਨੂੰ ਕੁੱਟੇ ਨਾਨਕਾ ਉੜਕ ਸੱਚ ਰਹੇ। ਸੱਚ ਨੂੰ ਥੋੜੀ ਦੇਰ ਵਾਸਤੇ ਦਬਾਇਆ ਜਾ ਸਕਦਾ ਵਾ, ਲੇਕਿਨ ਅਲਟੀਮੇਟਲੀ ਜਿੱਤ ਜਿਹੜੀ ਹੈ ਉਹ ਸੱਚ ਦੀ ਹੁੰਦੀ ਆ। ਤਾਂ ਇਸ ਮੁਕੱਦਮੇ ਵਿੱਚ ਜਿਹੜਾ ਮੇਰੇ ਖਿਲਾਫ ਘੜਿਆ ਗਿਆ, ਜਿਹਦੇ 'ਚ 4 ਸਰਕਾਰਾਂ ਇਨਵੋਲਵ ਨੇ, ਵੱਡੇ ਵੱਡੇ ਆਗੂ, ਸਾਡੇ ਅੰਦਰ ਰਹਿਣ ਵਾਲੇ ਆਗੂ ਤੇ ਬਾਹਰਲੀਆਂ ਪਾਰਟੀਆਂ ਦੇ ਆਗੂ ਪੂਰਾ ਜ਼ੋਰ ਲਾਇਆ ਕਿ ਕਿਸੇ ਤਰੀਕੇ ਨਾਲ ਇਹਦਾ ਪੋਲੀਟੀਕਲ ਕੈਰੀਅਰ ਹੀ ਖਤਮ ਕਰ ਦਿਓ। ਕੱਲਾ ਪੋਲੀਟੀਕਲ ਕੈਰੀਅਰ ਨਹੀਂ ਖਤਮ ਕਰ ਦਿਓ, ਜਿਹੜਾ ਐਨਡੀਪੀਐਸ ਦਾ ਕੇਸ ਹੁੰਦਾ ਜਿਹਦੇ ਵਿੱਚ ਮੈਨੂੰ ਕਨੈਕਟ ਕੀਤਾ ਫਾਜ਼ਿਲਕਾ ਵਾਲੇ ਕੇਸ 'ਚ, ਉਹਦੇ 'ਚ ਅਦਾਲਤ ਨੇ ਜਿਹੜੇ ਦੋਸ਼ੀ ਸੀ ਦੂਸਰੇ ਉਹਨਾਂ ਨੂੰ 20-20 ਸਾਲ ਕੈਦ ਕੀਤੀ ਆ। ਸੋ ਇਟ ਵਾਜ਼ ਅ ਅਟੈਂਪਟ ਟੂ ਐਲੀਮੀਨੇਟ ਮੀ ਫਿਜ਼ੀਕਲੀ ਫਰੋਮ ਪੋਲੀਟਿਕਸ, ਕਿ ਕਿਸੇ ਤਰੀਕੇ ਨਾਲ 20 ਸਾਲ ਅੰਦਰ ਧੱਕ ਦਿਓ ਤੇ ਆਪੇ ਹੀ ਖਹਿਰਾ ਖਤਮ ਹੋ ਜਾਊਗਾ। ਲੇਕਿਨ ਕੁਦਰਤ ਬਹੁਤ ਬੇਅੰਤ ਹੈ ਤੇ ਅੱਜ ਮੈਂ ਤੁਹਾਡੇ ਸਾਹਮਣੇ ਬਿਲਕੁਲ ਬੇਦਾਗ ਔਰ ਬਿਨਾਂ ਕਿਸੇ ਇਲਜ਼ਾਮ ਤੋਂ ਤੁਹਾਡੇ ਸਾਹਮਣੇ ਬੈਠਾ ਹਾਂ। ਇਹ ਥੋੜਾ ਜਿਹਾ ਸੰਖੇਪ ਮੈਂ ਦੱਸਣਾ ਚਾਹੁੰਦਾ ਕਿ 2015 ਚ ਮੇਰੇ ਹਲਕੇ ਦਾ ਸਿਰਫ ਇੱਕ ਆਦਮੀ ਗੁਰਦੇਵ ਸਿੰਘ ਲਖਣ ਕੇ ਪੱਡੇ, ਜਿਹੜਾ ਢਿਲਵਾਂ ਮਾਰਕੀਟ ਕਮੇਟੀ ਮੇਰੇ ਇਲਾਕੇ ਸੀ, ਉਹਦਾ ਚੇਅਰਮੈਨ ਵੀ ਰਹਿ ਚੁੱਕਾ ਸੀਗਾ, ਅੱਛੇ ਪਰਿਵਾਰ ਚੋਂ ਸੀਗਾ। ਉਹ 2015 ਚ
ਜਲਾਲਾਬਾਦ ਸਾਈਡ ਤੇ ਕੁਝ 8-10 ਵਿਅਕਤੀਆਂ ਦੇ ਨਾਲ ਮਿਲ ਕੇ ਇੱਕ ਡਰੱਗਸ ਦੇ ਕੇਸ ਵਿੱਚ ਉਸ ਨੂੰ ਨਾਮਜ਼ਦ ਕਰ ਦਿੱਤਾ ਗਿਆ। FIR ਨੰਬਰ 35 2015 ਦੀ ਪੁਲਿਸ ਸਟੇਸ਼ਨ ਸਦਰ ਜਲਾਲਾਬਾਦ। ਔਰ ਜਦੋਂ ਉਹਦਾ ਨਾਮਜ਼ਦ ਹੋ ਗਿਆ ਤੇ ਜਿੰਦੇ ਨੂੰ ਫੜਿਆ ਨਹੀਂ ਗਿਆ, ਉਹ ਕੋਸ਼ਿਸ਼ ਕਰਦਾ ਸੀ ਮੈਨੂੰ ਪਹੁੰਚ ਕਰਕੇ ਕਿ ਮੇਰੀ ਕੋਈ ਮਦਦ ਕੀਤੀ ਜਾ ਸਕੇ। ਇਹ ਹਰ ਵਿਅਕਤੀ ਦਾ ਅਧਿਕਾਰ ਆ। ਮੈਂ ਉਸ ਵੇਲੇ XMLA ਸੀ ਭੁਲੱਥ ਦਾ, ਮੇਰਾ 1.5 ਲੱਖ ਵੋਟਰ ਆ, ਮੈਂ ਸਭ ਦੀ ਗੱਲ ਸੁਣਦਾ ਵਾਂ। ਮੈਂ ਉਸ ਦਾ ਫੋਨ ਚੱਕ ਲਿਆ ਔਰ ਉਹਨੇ ਇਹੀ ਕਿਹਾ ਕਿ ਮੈਂ ਬੇਗੁਨਾਹ, ਜਿੱਦਾਂ ਸਾਰੇ ਕਹਿੰਦੇ ਹੁੰਦੇ ਆ, ਮੈਂ ਜਿਹੜੇ ਕੁਝ ਚੰਦ 1-2 ਅਫਸਰਸ ਨੂੰ ਸਿਰਫ ਇਹ ਫੋਨ ਕਰਕੇ ਕਿਹਾ ਕਿ ਅਗਰ ਇਹ ਬੇਗੁਨਾਹ ਵਾ ਤਾਂ ਇਹਦੇ ਨਾਲ ਕਿਸੇ ਤਰੀਕੇ ਨਾਲ ਬੇਇਨਸਾਫੀ ਨਾ ਕਰੇ। ਇਹ ਤੋਂ ਜ਼ਿਆਦਾ ਮੈਂ ਕੁਝ ਨਹੀਂ ਕਿਹਾ। ਮੈਂ ਕਿਹੜਾ ਸਰਕਾਰ 'ਚ ਬੈਠਾ ਸੀ, ਮੈਂ ਤਾਂ ਆਪੋਜੀਸ਼ਨ ਸੀਗਾ, ਕਿਉਂਕਿ ਉਸ ਵੇਲੇ ਬਾਦਲ ਪਰਿਵਾਰ ਦੀ ਸਰਕਾਰ ਸੀ। ਸੁਖਬੀਰ ਸਿੰਘ ਬਾਦਲ ਨੇ ਮੇਰੇ ਸਿਰਫ ਟੈਲੀਫੋਨ ਕਾਲ ਰਿਕਾਰਡਸ ਚੁੱਕ ਕੇ, ਸਿਰਫ ਕਾਲ ਰਿਕਾਰਡ ਚੁੱਕ ਕੇ ਇੱਕ SIT ਗਠਿਤ ਕਰ ਦਿੱਤੀ DIG ਫਿਰੋਜ਼ਪੁਰ ਰੇਂਜ ਤੇ ਉਹਨਾਂ ਨੇ ਇੱਕ ਝੂਠਾ ਸੱਚਾ ਜਿਹਾ ਚਾਰਟ ਬਣਾ ਕੇ ਤੇ ਇਨਵੈਸਟੀਗੇਸ਼ਨ ਸ਼ੁਰੂ ਕਰਤੀ, ਕਿਉਂਕਿ ਮੇਰੇ ਖਿਲਾਫ ਕੁਝ ਵੀ ਨਹੀਂ ਸੀ। ਨਾ ਮੈਂ FIR 'ਚ ਨਾਮ ਸੀ, ਨਾ ਚਲਾਨ 'ਚ ਨਾਮ ਆਇਆ ਬਾਅਦ 'ਚ, ਨਾ ਮੇਰੇ ਤੋਂ ਕੋਈ ਰਿਕਵਰੀ ਹੋਈ, ਨਾ ਕਿਸੇ ਵਿਟਨੈਸ ਨੇ ਮੇਰਾ ਨਾਮ ਲਿਆ। ਤਾਂ ਉਹ ਇਨਵੈਸਟੀਗੇਸ਼ਨ ਜਿਹੜੀ ਸੀ ਉੱਥੇ ਹੀ ਰਹਿ ਗਈ। ਉਸ ਤੋਂ ਬਾਅਦ ਅਗਲੀ ਸਰਕਾਰ ਆ ਗਈ। ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਬਣਿਆ ਤੇ ਰਾਣੇ ਗੁਰਜੀਤ ਦਾ ਜਿਹੜਾ ਖੱਡਾਂ ਦਾ ਮਸਲਾ ਉੱਠਿਆ, ਮੇਰੀ ਜ਼ਿੰਮੇਵਾਰੀ ਸੀ ਕਿ ਜਦੋਂ ਕੋਈ ਕੰਮ ਗਲਤ ਹੋ ਰਿਹਾ, ਬਤੌਰ ਆਪੋਜੀਸ਼ਨ ਸਾਡੀ ਜ਼ਿੰਮੇਵਾਰੀ ਆ ਕਿ ਅਸੀਂ ਗੱਲ ਨੂੰ ਉਸ ਨੂੰ ਉਠਾਉਣਾ ਵਾ, ਪਬਲਿਕ ਡੋਮੇਨ 'ਚ ਲੈ ਕੇ ਆਉਣਾ। ਤੇ ਮੈਂ ਆਪਣਾ ਰੋਲ ਅਦਾ ਕਰਕੇ ਤੇ ਉਸ ਜਿਹੜਾ ਮਾਈਨਿੰਗ ਮਾਫੀਆ ਦਾ ਮੁੱਦਾ ਸੀਗਾ, ਕਿਉਂਕਿ ਇਸ ਦੇ ਕੋਈ ਨੌਕਰ ਨੇ, ਅਮਿਤ ਬਹਾਦਰ ਨੇ 25 ਕਰੋੜ ਰੁਪਏ ਦੀ ਬਿੱਡ ਦਿੱਤੀ ਸੀ ਬੇਨਾਮੀ। ਮੈਂ ਜਦੋਂ ਉਹਦੀ ਤਹਿਕੀਕਾਤ ਮਗਰ ਕਰਨ ਲੱਗ ਗਿਆ, ਖੁਲਾਸੇ ਕਰਨ ਲੱਗ ਗਿਆ, ਤਾਂ ਇਹਨਾਂ ਨੇ ਸਰਕਾਰ ਦਾ ਦਬਾਅ ਵਰਤ ਕੇ ਤੇ ਇੱਕ ਫਾਜ਼ਿਲਕਾ ਦੀ ਅਦਾਲਤ ਵਿੱਚ ਜਿੱਥੇ ਕੇਸ ਚੱਲ ਰਿਹਾ ਸੀ, ਇਹੀ 35 ਨੰਬਰ FIR ਦਾ ਗੁਰਦੇਵ ਸਿੰਘ ਵਗੈਰਾ ਦਾ, ਉੱਥੇ ਸਾਰੀ ਟਰਾਇਲ ਬਿਲਕੁਲ ਨੇੜੇ ਸੀਗੀ ਤਾਂ ਮੇਰੇ ਖਿਲਾਫ ਅਰਜ਼ੀ ਦਵਾਤੀ ਪ੍ਰੋਸੀਕਿਊਸ਼ਨ ਨੂੰ ਕਹਿ ਕੇ ਕਿ ਫਲਾਂ ਪੁਲਿਸ ਵਾਲੇ ਵਾਪਸ ਰੀਕਾਲ ਕੀਤੇ ਜਾਣ। ਉਹਨਾਂ ਨੂੰ ਦੁਬਾਰਾ ਬੁਲਾਇਆ ਗਿਆ। ਜਦੋਂ ਪਹਿਲਾਂ ਬੁਲਾਏ ਮੇਰੇ ਖਿਲਾਫ ਕੁਝ ਨਹੀਂ ਕਿਹਾ, ਉਹਨਾਂ ਨੇ ਦੁਬਾਰਾ ਬੁਲਾ ਕੇ ਮੇਰੇ ਖਿਲਾਫ ਬਿਆਨ ਲੈ ਕੇ ਸੰਖੇਪ ਦੱਸਦਾ ਕਿ ਮੈਨੂੰ 319 ਦੇ ਵਿੱਚ ਤਲਬ ਕਰ ਲਿਆ ਅਦਾਲਤ ਨੇ ਉਹਨਾਂ ਦੇ ਨਾਲ ਹੀ। ਤੇ ਉਸ ਨੂੰ ਮੈਂ ਜਦੋਂ ਚੈਲੰਜ ਕੀਤਾ ਤੇ 2017 ਦੇ ਵਿੱਚ ਹੀ ਸੁਪਰੀਮ ਕੋਰਟ ਆਫ ਇੰਡੀਆ ਨੇ ਸਾਰੇ ਮਾਮਲੇ ਨੂੰ ਸਟੇ ਕਰ ਦਿੱਤਾ, ਰੋਕ ਦਿੱਤਾ। ਇਹ ਸਨ ਅੱਜ ਦੀਆਂ ਚੋਣਵੀਆਂ ਤੇ ਮੁੱਖ ਖਬਰਾਂ, ਜਿਨ੍ਹਾਂ ਦੇ ਉੱਤੇ ਤੁਹਾਡੀ ਅਤੇ ਸਾਡੀ ਨਜ਼ਰ ਹੋਣੀ ਬੜੀ ਜ਼ਰੂਰੀ ਹੈ। ਤਾਂ ਬਣੇ ਰਹੋ PBC ਦੇ ਨਾਲ। ਮੈਨੂੰ ਮਨਦੀਪ ਸਿੰਘ ਨੂੰ ਫਿਲਹਾਲ ਦੇ ਲਈ ਦਿਓ ਇਜਾਜ਼ਤ। ਅਗਲੀ ਵਾਰ ਫਿਰ ਤੋਂ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਖਬਰਾਂ ਦੇ ਬੁਲਟਨ ਨੂੰ ਲੈ ਕੇ ਤੁਹਾਡੇ ਨਾਲ ਰੂਬਰੂ ਹੋਵਾਂਗੇ। ਤਦ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।